ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਇੱਕ ਵਿਸ਼ੇਸ਼ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਅਸੀਂ ਸਤਿਗੁਰੂ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਉਨਾ ਥੋੜਾ ਹੈ। ਸਤਿਗੁਰੂ ਮਹਾਰਾਜ ਜੀ ਨੇ ਸਿੱਖੀ ਨੂੰ ਹਰ ਥਾਂ ਤੇ ਵਿਲੱਖਣਤਾ ਦਿੱਤੀ ਹੈ। ਭਾਵੇਂ ਉਹ ਗੁਰਤਾ ਗੱਦੀ ਦੇਣ ਦਾ ਸੰਬੰਧ ਸੀ, ਕਿਉਂਕਿ ਅੱਜ ਤੱਕ ਵੀ ਧਾਰਮਿਕ ਜਗਤ ਦੇ ਵਿੱਚ ਜਦੋਂ ਕੋਈ ਰਹਿਬਰ, ਕੋਈ ਆਗੂ ਸੰਸਾਰ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਸੇਵਾਵਾਂ ਦੇ ਕੇ ਸੰਸਾਰ ਤੋਂ ਜਦੋਂ ਤੁਰਦਾ ਹੈ ਤੇ ਉਹਦੀ ਸੰਪਰਦਾ ਦੇ ਲੋਕ, ਉਹਦੇ ਮੰਨਣ ਵਾਲੇ ਲੋਕ ਨੇ ਫਿਰ ਦਾਅਵੇਦਾਰ ਬਣ ਜਾਂਦੇ ਨੇ ਕਿ ਹੁਣ ਇਹਦੇ ਤੋਂ ਬਾਅਦ ਵਿੱਚ ਮੇਰਾ ਹੱਕ ਹੈ। ਖਾਸ ਕਰਕੇ ਦੋ ਦਾਅਵੇ ਕਰਨਗੇ। ਇੱਕ ਉਹ ਦਾਅਵਾ ਕਰਨਗੇ ਜਿਹੜੇ ਉਹਦੇ ਪਰਿਵਾਰ ਦੇ ਵਿੱਚੋਂ ਹੋਣਗੇ, ਭਾਵ ਕਿ ਉਹਦਾ ਕੋਈ ਪੁੱਤਰ ਹੋਵੇਗਾ। ਦੂਸਰਾ ਉਹ ਦਾਅਵਾ ਕਰੇਗਾ ਜਿਹੜਾ ਉਹਦਾ ਬਹੁਤਾ ਨਜ਼ਦੀਕੀ ਰਿਹਾ ਹੋਵੇ, ਜਿਹਨੇ ਬਹੁਤਾ ਲਾਗੇ ਹੋ ਕੇ ਕੋਈ ਸੇਵਾਵਾਂ ਕੀਤੀਆਂ ਹੋਣ। ਸਤਿਗੁਰੂ ਮਹਾਰਾਜ ਜੀ ਨੇ ਸਿੱਖੀ ਨੂੰ ਵਿਲੱਖਣਤਾ ਦਿੱਤੀ। ਮਹਾਰਾਜ ਨੇ ਜੇਕਰ ਗੁਰਤਾ ਗੱਦੀ ਦੀ ਰਸਮ ਚਲਾਈ ਤੇ ਆਪਣੀ ਹਯਾਤੀ ਦੇ ਵਿੱਚ ਅਗਲਾ ਵਾਰਿਸ ਜਿਹੜਾ ਸੀ ਉਹਨੂੰ ਥਾਪ ਕੇ ਗਏ। ਸਤਿਗੁਰੂ ਮਹਾਰਾਜ ਨੇ ਜੇ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਕੀਤੀ ਤੇ ਇੱਕ ਗਿਣਤੀ ਵਾਲੇ ਇੱਕ ਤੋਂ ਕਰਕੇ ਮਹਾਰਾਜ ਨੇ ਇੱਥੇ ਵੀ ਵਿਲੱਖਣਤਾ ਦਿੱਤੀ ਹੈ। ਓਮ ਸ਼ਬਦ ਜਿਹੜਾ ਹੈ ਇਹ ਹਿੰਦੂ ਸਨਾਤਨ ਧਰਮ 'ਚ ਬਹੁਤ ਪੁਰਾਣੇ ਸਮੇਂ ਤੋਂ ਵਰਤਿਆ ਜਾਂਦਾ ਹੈ। ਤੁਸੀਂ ਪੰਜਾਬ, ਤੁਸੀਂ ਹਿੰਦੁਸਤਾਨ ਦੀ ਧਰਤੀ ਤੇ ਜਾਓ, ਮੱਧ ਪ੍ਰਦੇਸ਼ ਦੇ ਵਿੱਚ ਇੱਕ ਸ਼ਹਿਰ ਹੈ ਨਰਮਦਾ ਨਦੀ ਦੇ ਬਿਲਕੁਲ ਕੰਢੇ ਦੇ ਉੱਤੇ। ਨਰਮਦਾ ਵਿਚਕਾਰ ਨਿਕਲਦੀ, ਅੱਧਾ ਸ਼ਹਿਰ ਨਰਮਦਾ ਦੇ ਇੱਕ ਪਾਸੇ ਹੈ, ਅੱਧਾ ਦੂਸਰੇ ਪਾਸੇ। ਉਸ ਨਗਰ ਦਾ ਨਾਮ ਹੈ ਓਂਕਾਰੇਸ਼ਵਰ। ਓਂਕਾਰੇਸ਼ਵਰ, ਓਂਕਾਰੇਸ਼ਵਰ ਉਹ ਸ਼ਹਿਰ ਦਾ ਨਾਂ, ਤੀਰਥ ਦਾ ਨਾਂ, ਬੱਸ ਸਟਾਪ ਦਾ ਨਾਂ, ਹਰ ਥਾਂ ਦਾ ਨਾਂ ਉੱਥੇ ਓਂਕਾਰ ਹੈ। ਓਮ ਸ਼ਬਦ ਜਿਹੜਾ ਹੈ ਇਹ ਬੜਾ ਪੁਰਾਤਨ ਸਮੇਂ ਤੋਂ ਵਰਤਿਆ ਗਿਆ, ਪਰ ਜਦੋਂ ਓਮ ਕਹਿੰਦਿਆਂ ਹੋਇਆਂ ਇਹਦੀ ਧੁਨੀ ਨੂੰ ਲੰਮਾ ਕੀਤਾ ਜਾਂਦਾ ਹੈ ਤੇ ਊੜੇ, ਐੜੇ ਤੇ ਮੱਮੇ ਇਹ ਤਿੰਨ ਅੱਖਰਾਂ ਦੀ ਵਰਤੋਂ ਹੁੰਦੀ ਹੈ। ਓਮ ਇਹਦਾ ਭਾਵ ਹੁੰਦਾ ਸੀ ਕਿ ਇਹ ਤਿੰਨ ਦੇਵਤੇ ਨੇ ਜਿਹਨੂੰ ਮਹਾਰਾਜ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਨ। ਤਿੰਨ ਸ਼ਕਤੀਆਂ ਨੇ ਜਿਹੜੀ ਸੰਸਾਰ ਨੂੰ ਚਲਾਉਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਨੂੰ ਬਿਲਕੁਲ ਵਿਲੱਖਣਤਾ ਦੇ ਦਿੱਤੀ ਜਿੱਦਣ ਮਹਾਰਾਜ ਨੇ ਓਂਕਾਰ ਦੇ ਅੱਗੇ ਇੱਕ ਲਾ ਕੇ ਆਖਿਆ ਕਿ ਉਹ ਇੱਕੋ ਹੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਨ। ਡਿਠੋ ਚਾਓ ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇ ਪਸਾਓ, ਤੂੰ ਜਾਨੋਈ ਸਬਸੇ ਦੇ ਲੈਸੇ ਜਿੰਦ ਕਵਾਓ ਕਰ ਆਸਨ। ਡਿਠੋ ਚਾਓ ਜਿੰਦ ਦੇਣ ਵਾਲਾ, ਜਿੰਦ ਲੈਣ ਵਾਲਾ, ਰਿਜ਼ਕ ਦੇਣ ਵਾਲਾ, ਪੈਦਾ ਕਰਨ ਵਾਲਾ, ਸਭ ਕੁਝ ਹੀ ਤੂੰ ਹੈ, ਤੇਰੇ ਤੋਂ ਇਲਾਵਾ ਹੋਰ ਕੁਝ ਨਹੀਂ। ਅੱਜ ਜੋ ਦਿਹਾੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਖਰੀ ਸਮਾਂ ਸਤਿਗੁਰ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ। 1532 ਦੇ ਵਿੱਚ ਭਾਈ ਲਹਿਣਾ ਸਤਿਗੁਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ। 7 ਸਾਲ ਉਹਨਾਂ ਨੇ ਸਤਿਗੁਰ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਰਹਿ ਕਰਕੇ ਅਣਥੱਕ ਸੇਵਾ ਕੀਤੀ। ਹੁਕਮ ਮੰਨਿਆ, ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮ ਦੇ ਘਰ ਦੀ ਪ੍ਰਾਪਤੀ ਹੋ ਗਈ। ਹੁਣ ਵਿਲੱਖਣਤਾ ਸਿੱਖੀ ਵਿੱਚ ਕਿੱਥੇ ਆਈ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੋਂ ਅਜੇ ਗਏ ਨਹੀਂ ਨੇ। ਸਰੀਰ ਕਰਕੇ ਸਤਿਗੁਰੂ ਮਹਾਰਾਜ ਅਜੇ ਮੌਜੂਦ ਨੇ ਤੇ ਆਪਣੀ ਹਯਾਤੀ ਦੇ ਵਿੱਚ ਹੀ ਮਹਾਰਾਜ ਆਪਣਾ ਅਗਲਾ ਵਾਰਿਸ ਗੁਰੂ ਅੰਗਦ ਦੇਵ ਮਹਾਰਾਜ ਨੂੰ ਚੁਣਦੇ ਨੇ। ਔਰ ਅਸੀਂ ਬਚਨ ਪੜ੍ਹਦੇ ਹਾਂ, ਥਾਪਿਆ ਲਹਿਣਾ ਜੀਵਦੇ, ਕਿ ਮਹਾਰਾਜ ਅਜੇ ਜਿਉਂਦੇ ਨੇ, ਸਰੀਰ ਕਰਕੇ ਹਨ। ਔਰ ਆਪਣੀ ਹਯਾਤੀ ਦੇ ਵਿੱਚ ਮਹਾਰਾਜ ਆਪਣਾ ਅਗਲਾ ਉੱਤਰ ਅਧਿਕਾਰੀ ਚੁਣਦੇ ਨੇ। ਔਰ ਸੱਚੇ ਪਾਤਸ਼ਾਹ ਮਹਾਰਾਜ ਵਿਲੱਖਣਤਾ ਕੀ ਕਰਦੇ ਦੁਨੀਆ ਦੇ ਨਾਲੋਂ ਵਿਲੱਖਣਤਾ, ਕਿ ਦੁਨੀਆ ਦੇ ਵਿੱਚ ਡਾਕਟਰ ਜਿਹੜੇ ਨੇ ਉਹ ਸਾਡੇ ਔਰਗਨ, ਸਾਡੇ
ਸਰੀਰ ਦੇ ਅੰਗ ਇੱਕ ਅੰਗ ਤੋਂ ਦੂਸਰੇ ਨੂੰ ਬਦਲ ਸਕਦੇ ਨੇ। ਕਿਸੇ ਲੋੜ ਪੈ ਜਾਏ, ਕਿਡਨੀ ਦੀ ਲੋੜ ਪਵੇ ਤੇ ਡੋਨਰ ਲੱਭੋ ਤੇ ਉਹਦੀ ਕਿਡਨੀ ਟ੍ਰਾਂਸਪਲਾਂਟ ਕਰ ਸਕਦੇ ਆ। ਹਾਰਟ ਹੋ ਸਕਦਾ ਹੈ, ਅੱਖਾਂ ਹੋ ਸਕਦੀਆਂ ਨੇ, ਲੀਵਰ ਹੋ ਸਕਦਾ ਹੈ। ਸਰੀਰ ਦੇ ਅੰਗ ਤੇ ਇੱਕ ਤੋਂ ਦੂਸਰੇ ਤੱਕ ਬਦਲੇ ਜਾ ਸਕਦੇ, ਪਰ ਇੱਕ ਜੋਤ ਨੂੰ ਦੂਸਰੇ ਦੇ ਵਿੱਚ ਟਿਕਾਉਣਾ ਇਹ ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ ਹੈ। ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਤੇ ਜੁਗਤੀ ਨਹੀਂ ਬਦਲੀ। ਮਹਾਰਾਜ ਨੇ ਨਾ ਜੋਤ ਬਦਲੀ, ਨਾ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਢੰਗ ਤਰੀਕਾ ਬਦਲਿਆ। ਮਹਾਰਾਜ ਕਹਿੰਦੇ ਸਿਰਫ ਕਾਇਆ ਸਰੀਰ ਬਦਲਿਆ। ਇੱਕ ਸਰੀਰ ਪੁਰਾਣਾ ਹੋਇਆ ਤੇ ਨਵਾਂ ਸਰੀਰ ਉਹਦੀ ਥਾਂ ਤੇ ਹਾਜ਼ਰ ਕਰਤਾ। ਗੁਰੂ ਨਾਨਕ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਰੇ ਬਚਨ ਸਤਿਗੁਰੂ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਧਰੀ। ਇਤਿਹਾਸਿਕ ਹਵਾਲਾ ਹੈ ਕਿ ਸਤਿਗੁਰੂ ਮਹਾਰਾਜ ਜੀ ਕੀ ਕਰਦੇ ਆ ਕਿ ਆਪਣੇ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਪਰਸੋਂ ਕੱਲ ਦੇ ਦਿਨ ਅਸੀਂ ਮਨਾਇਆ ਗੁਰੂ ਅਰਜਨ ਦੇਵ ਜੀ ਦਾ ਗੁਰਤਾ ਗੱਦੀ ਦਿਵਸ, ਕਿ ਆਪਣਾ ਸਰੀਰ ਅਜੇ ਤਿਆਗਿਆ ਨਹੀਂ ਹੈ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰੂ ਦੇ ਅੰਦਰ ਸਾਡੇ ਵਾਸਤੇ ਕਿੰਨਾ ਤਰਸ ਹੋਵੇਗਾ ਕਿ ਜਗਤ ਕਿਤੇ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ। ਇਹ ਗੁਰੂ ਦਾ ਤਰਸ ਹੈ ਸਾਡੇ ਤੇ ਕਿ ਅਸੀਂ ਅਗਿਆਨਤਾ ਕਰਕੇ ਅੰਨੇ ਹੋ ਚੁੱਕੇ ਹਾਂ। ਸੰਸਾਰ ਸਾਨੂੰ ਦਿਸਦਾ ਹੈ, ਪਰਿਵਾਰ ਸਾਨੂੰ ਦਿਸਦਾ ਹੈ, ਕਾਰੋਬਾਰ ਸਾਨੂੰ ਦਿਸਦਾ ਹੈ, ਪਰ ਰੱਬ ਦੇ ਘਰ ਦੇ ਵਿੱਚ ਕਿਵੇਂ ਪਹੁੰਚਣਾ ਹੈ ਇਹ ਸਾਨੂੰ ਕੋਈ ਪਤਾ ਨਹੀਂ। ਮਹਾਰਾਜ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ, ਪਹਿਲਾਂ ਆਪਣੇ ਸਰੀਰ ਦੇ ਵਿੱਚ ਹੈ ਗੁਰ ਜੋਤ ਅਰਜਨ ਮਾਹੇ ਧਰੀ। ਹੁਣ ਆਪਣੀ ਜੋਤ ਜਿਹੜੀ ਸੀ ਅਰਜਨ ਦੇਵ ਦੇ ਸਰੀਰ ਵਿੱਚ ਧਾਰਨ ਕਰਾ ਦਿੱਤੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਸੌਂਪਦੇ ਨੇ, ਇਹ ਵਿਲੱਖਣਤਾ ਦੀ ਗੱਲ ਹੈ ਸਾਧ ਸੰਗਤ ਕਿ ਸਤਿਗੁਰੂ ਮਹਾਰਾਜ ਨੇ ਸਿੱਖੀ ਨੂੰ ਹਰ ਪਾਸੇ ਤੋਂ ਵਿਲੱਖਣ ਰੱਖਿਆ। ਉਹ ਗੱਲ ਵੱਖਰੀ ਆ ਕਿ ਅਸੀਂ ਗੁਰ ਮਰਿਆਦਾ ਨੂੰ ਛੱਡ ਕੇ ਮਨ ਦੀ ਮਰਜ਼ੀ ਪਿੱਛੇ ਚੱਲਦੇ ਹਾਂ। ਜੋ ਸਾਡਾ ਮਨ ਕਹਿੰਦਾ ਹੈ ਅਸੀਂ ਉਹੀ ਕਰਨਾ ਸ਼ੁਰੂ ਕਰ ਦਿੱਤਾ। ਇਹ ਦੋ ਚੀਜ਼ਾਂ ਬੜੀਆਂ ਨੇੜੇ ਰਹਿੰਦੀਆਂ ਨੇ। ਇੱਕ ਮਨ ਦੇ ਉੱਤੇ ਹੈ ਜੀ ਬੁੱਧ। ਅਰਦਾਸ ਕਰਦੇ ਆ ਇਹਨਾਂ ਦੀ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੁਣ ਮਨ ਨੀਵਾਂ ਰੱਖਣਾ ਸੀ ਤੇ ਮਤ ਨੂੰ ਉੱਚਾ ਰੱਖਣਾ ਸੀ। ਹੋਇਆ ਕੀ ਕਿ ਮਤ ਨੂੰ ਨੀਵਾਂ ਕਰ ਲਿਆ ਤੇ ਮਨ ਨੂੰ ਉੱਚਾ ਕਰ ਦਿੱਤਾ, ਜਿੰਦੇ ਕਰਕੇ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਸੰਸਾਰ ਦੇ ਵਿੱਚ ਰਹਿੰਦੇ ਹਾਂ। ਜਿਤਨੇ ਕਰਮ ਸਾਡੇ ਪ੍ਰਾਲਬਧ ਬਣੇ, ਜਿਤਨੇ ਕਰਮ ਕੀਤੇ, ਇਹ ਸਾਰਿਆਂ ਕਰਮਾਂ ਨੇ ਸਾਨੂੰ ਦੁਖੀ ਕੀਤਾ। ਮਨ ਦੇ ਉੱਪਰ ਹਮੇਸ਼ਾ ਬੁੱਧ ਹੈ ਤੇ ਬੁੱਧ ਦੇ ਉੱਤੇ ਦੋ ਚੀਜ਼ਾਂ ਇਨਸਾਨ ਰੱਖਦਾ, ਜਾਂ ਦੁਰ ਰੱਖਦਾ ਹੈ ਤੇ ਜਾਂ ਗੁਰ ਰੱਖਦਾ ਹੈ। ਬੇਨਤੀ ਸਮਝਿਓ, ਮਨ ਦੇ ਉੱਤੇ ਬੁੱਧ ਤੇ ਬੁੱਧ ਦੇ ਉੱਤੇ ਜਾਂ ਦੁਰ ਹੈ ਤੇ ਜਾਂ ਗੁਰ ਹੈ। ਜੇ ਬੁੱਧ ਦੇ ਉੱਤੇ ਦੁਰ ਹੈ ਤਾਂ ਉਹ ਦੁਰਮਤ ਬਣੇਗੀ ਤੇ ਉਹ ਕਦੀ ਵੀ ਲਿਵ ਜੁੜਨ ਨਹੀਂ ਦੇਵੇਗੀ। ਜੇ ਮਨ ਦੇ ਉੱਤੇ ਬੁੱਧ ਤੇ ਬੁੱਧ ਦੇ ਉੱਤੇ ਗੁਰ ਆ ਕੇ ਬੈਠਿਆ ਤੇ ਫਿਰ ਸੱਚ ਕਰਕੇ ਜਾਣੋ ਉਹ ਗੁਰਮਤ ਬਣੇਗੀ ਤੇ ਗੁਰਮਤ ਕਦੀ ਵੀ ਗੁਰੂ ਤੋਂ ਟੁੱਟਣ ਨਹੀਂ ਦੇਵੇਗੀ। ਸਤਿਗੁਰੂ ਮਹਾਰਾਜ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਧਰੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਦਿਨ ਗੁਰਤਾ ਗੱਦੀ ਤੇ ਬੈਠਦੇ, ਇਹ ਵਿਲੱਖਣਤਾ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ, ਹੁਣ ਇੱਥੇ ਵੀ ਕਾਇਆ ਸਰੀਰ ਹੈ, ਕੇਵਲ ਸਰੀਰ ਪਲਟਿਆ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਅਸੀਸਾਂ ਸੀ ਕਿ ਦੋਹਤਾ ਬਾਣੀ ਕਾ ਬੋਹ ਥਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਵਨਾ ਦੇਖੀ। ਮਹਾਰਾਜ ਨੇ ਦੇਖਿਆ ਭਾਂਡਾ ਇੰਨਾ ਕੁ ਤਿਆਰ ਹੋ ਗਿਆ ਕਿ ਗੁਰੂ ਨਾਨਕ ਦੇ ਨਾਮ ਰੂਪੀ ਵਸਤ ਹੁਣ ਇਹਦੇ ਵਿੱਚ ਟਿਕ ਜਾਵੇਗੀ। ਸਤਿਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਦਾ ਫੈਸਲਾ ਕੀਤਾ। ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਦੇਣਾ ਚਾਹੁੰਦੇ ਆ ਤੇ ਵੱਡਾ ਪੁੱਤਰ ਬਾਬਾ ਪਿਰਥੀ ਚੰਦ ਇਸ ਗੱਲ ਦਾ ਵਿਰੋਧ ਕਰਦਾ ਪਿਆ ਏ ਕਿ ਮੈਂ ਵੱਡਾ ਹਾਂ, ਹੱਕ ਮੇਰਾ ਬਣਦਾ ਏ, ਅਰਜਨ ਨੂੰ ਕੀ ਆਉਂਦਾ ਹੈ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਜ਼ਰੂਰ ਪੜ੍ਹਿਆ ਕਰੋ।
ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਅਸੀਂ ਪੜ੍ਹਦੇ ਹਾਂ, ਪ੍ਰਸਾਰਦੇ ਹਾਂ, ਉਹਦੇ ਵਿੱਚ ਇੱਕ ਗੱਲ ਸਪਸ਼ਟ ਲਿਖੀ ਆ ਕਿ ਹਰ ਸਿੱਖ ਜਿਹੜਾ ਹੈ ਉਹਦੀ ਜ਼ਿੰਦਗੀ ਵਿੱਚ ਸਹਿਜ ਪਾਠ ਨਿਰੰਤਰ ਚੱਲਦਾ ਰਹੇ। ਜਿੰਨੀ ਦੇਰ ਸਾਡੇ ਸਵਾਸ ਨੇ ਉਨੀ ਦੇਰ ਬਾਣੀ ਪੜ੍ਹਦੇ ਰਹੋ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਹੁਕਮ ਆ। ਤੇ ਹੁਣ ਜਿਹੜੇ ਬਾਣੀ ਪੜ੍ਹਦੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਸ ਦੁਨੀਆ ਵਿੱਚ ਸਭ ਤੋਂ ਵੱਡਾ ਪਾਪ ਪਤਾ ਕੀ ਹੈ? ਮਹਾਰਾਜ ਨੇ ਜਿਹੜਾ ਆਪਣੇ ਪੁੱਤਰ ਨੂੰ ਕਿਹਾ ਸੀ, ਕਹਿਣ ਲੱਗੇ ਪ੍ਰਿਥੀ ਚੰਦ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਕਿ ਜਿਸ ਨੇ ਤੈਨੂੰ ਪੈਦਾ ਕੀਤਾ, ਜਿਸ ਨੇ ਤੈਨੂੰ ਵੱਡਾ ਕੀਤਾ, ਜੇਕਰ ਤੂੰ ਉਹਨਾਂ ਮਾਤਾ ਪਿਤਾ ਦੇ ਨਾਲ ਝਗੜਦਾ ਪਿਆ ਹੈ, ਇਸ ਤੋਂ ਵੱਡਾ ਪਾਪ ਸੰਸਾਰ ਤੇ ਹੋਰ ਕੋਈ ਨਹੀਂ ਆ। ਸਤਿਗੁਰੂ ਮਹਾਰਾਜ ਕਹਿੰਦੇ ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉ ਝਗੜਤ ਪਾਪ। ਤੇ ਪ੍ਰਿਥੀ ਚੰਦ ਆਖਦਾ ਏ, ਕਹਿਣ ਲੱਗਾ ਸਤਿਗੁਰੂ ਪਿਤਾ ਜੀ ਤੁਸੀਂ ਅਰਜਨ ਦੇਵ ਨੂੰ ਗੁਰਤਾ ਗੱਦੀ ਦੇ ਰਹੇ ਹੋ, ਪਰ ਅਰਜਨ ਦੇਵ ਦੇ ਕੋਲ ਧਨ ਕੋਈ ਨਹੀਂ, ਪੈਸਾ ਕੋਈ ਨਹੀਂ, ਸਾਰਾ ਕੁਝ ਮੇਰੇ ਕੋਲ ਹੈ। ਤੇ ਮਹਾਰਾਜ ਕਹਿੰਦੇ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਜਿਸ ਧਨ ਦਾ ਤੂੰ ਹੰਕਾਰ ਕਰਕੇ ਬੈਠਾ, ਪ੍ਰਿਥੀ ਚੰਦਾ ਸੱਚ ਕਰਕੇ ਜਾਣੀ ਇਹ ਧਨ ਤੇਰੇ ਕੰਮ ਨਹੀਂ ਹੋਣਾ। ਮਹਾਰਾਜ ਨੇ ਗੁਰਤਾ ਗੱਦੀ ਦਿੱਤੀ। ਪ੍ਰਿਥੀ ਚੰਦ ਨੇ ਪੱਗ ਖੋ ਕੇ ਚਲੇ ਗਿਆ। ਸਤਿਗੁਰੂ ਮਹਾਰਾਜ ਨੇ ਦੂਸਰੀ ਪੱਗ ਮੰਗਾਈ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਦੀ ਰਸਮ ਅਦਾ ਕੀਤੀ। ਸਤਿਗੁਰੂ ਮਹਾਰਾਜ ਫਿਰ ਉਸ ਦਿਨ ਅੰਮ੍ਰਿਤਸਰ ਤੋਂ ਚੱਲ ਕੇ ਤੇ ਗੋਇੰਦਵਾਲ ਸਾਹਿਬ ਚਲੇ ਗਏ। ਗੁਰੂ ਅਰਜਨ ਦੇਵ ਮਹਾਰਾਜ ਨਾਲ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਤਮ ਸਮਾਂ ਗੁਜ਼ਾਰਿਆ। ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਗੋਇੰਦਵਾਲ ਸਾਹਿਬ ਸਮਾਉਂਦੇ ਨੇ। ਜਿੱਧਰ ਮਹਾਰਾਜ ਅੱਜ ਦਾ ਦਿਨ ਸਨ 1581 ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਉਂਦੇ ਤੇ ਪ੍ਰਿਥੀ ਚੰਦ ਇਹ ਗੱਲ ਪ੍ਰਚਾਰਨੀ ਸ਼ੁਰੂ ਕਰ ਦਿੱਤੀ ਕਿ ਗੁਰੂ ਅਰਜਨ ਦੇਵ ਜੀ ਨੇ ਪਿਤਾ ਜੀ ਨੂੰ ਜ਼ਹਿਰ ਦੇ ਦਿੱਤਾ, ਜਿੰਦੇ ਕਰਕੇ ਗੁਰੂ ਰਾਮਦਾਸ ਚੜ੍ਹਾਈ ਕਰ ਗਏ। ਪਰ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹੋ। ਬਾਣੀ ਦੇ ਵਿੱਚ ਭੱਟ ਸਾਹਿਬਾਨ ਨੇ ਬੁਲੰਦ ਵਾਂਗ ਇਹ ਗੱਲ ਕਹੀ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬੈਠਾਇਓ, ਰਹੱਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪੇ, ਅਸੁਰ ਗਏ ਤੇ ਪਾਪ ਤਾ ਪਾਪ ਤਿਨ ਭੀਤਰ ਕੰਪੇ, ਅਸੁਰ ਗਏ ਤਿਨ ਭਾਗ। ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈ ਲਿਆ, ਇੱਕ ਵਾਰੀ ਕਹਿ ਦਿੱਤਾ ਨਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਅੰਦਰਲੇ ਪਾਪ ਅੰਦਰੋਂ ਛੱਡ ਕੇ ਦੌੜ ਜਾਂਦੇ ਨੇ। ਪਾਪ ਤਿਨ ਭੀਤਰ ਕੰਪੇ ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਥਮੇ, ਗੁਰੂ ਅਰਜਨ ਕੋ ਦੇ ਆਇਓ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਮਹਾਰਾਜ ਆਪਣੀ ਮਰਜ਼ੀ ਦੇ ਨਾਲ ਗਏ, ਕਿਸੇ ਦੇ ਭੇਜਿਆ। ਸੱਚ ਕਰਕੇ ਜਾਣੋ ਗੁਰੂ ਮਰਦਾ ਹੀ ਕਦੀ ਨਹੀਂ ਆ। ਗੁਰੂ ਸਦੀਵੀ ਹੈ, ਗੁਰੂ ਜੋਤ ਸਰੂਪ ਹੈ, ਗੁਰੂ ਪ੍ਰਕਾਸ਼ ਹੈ, ਗੁਰੂ ਸ਼ਕਤੀ ਸਰੂਪ ਹੈ। ਗੁਰੂ ਨੂੰ ਕਿਹੜਾ ਹੈ ਜਿਹੜਾ ਗੁਰੂ ਨੂੰ ਮਾਰ ਸਕਦਾ ਹੋਵੇ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਜਗਤ ਦੇ ਉਦਾਹਰਨ ਦੇ ਵਾਸਤੇ ਧੰਨ ਗੁਰੂ ਰਾਮਦਾਸ ਜੀ ਨੇ ਤਰਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਗਲਾ ਗੁਰੂ ਥਾਪਿਆ। ਇਹ ਅੱਜ ਦਾ ਇਤਿਹਾਸ